ਸਿੱਖ ਇੱਥੇ ਕੈਲੀਫੋਰਨੀਆ ਵਿੱਚ 1905 ਤੋਂ ਸ਼ੁਰੂ ਹੋ ਗਏ ਸੀ। ਉਹਨੇ ਕੋਈ ਐਂਜਲਸ ਆਈਲੈਂਡ ਥਾਣੀ, ਕੋਈ ਓਰਗਨ ਥਰੂ ਕੈਨੇਡਾ ਥਾਣੀ ਇੱਥੇ ਇਕੱਠੇ ਹੋਣ ਲੱਗ ਪਏ ਸੀਗੇ। ਤੇ ਗੁਰੂ ਘਰ ਦੀ ਨੀਂਹ 1908-9 ਦੇ ਵਿੱਚ ਪਹਿਲਾਂ ਜਿੱਥੇ ਉਹ ਕੰਮ ਕਰਦੇ ਲੇਬਰ ਕੈਂਪਾਂ ਤੋਂ ਸ਼ੁਰੂ ਕੀਤੀ ਸੀ ਉਹਨੇ। ਉੱਥੇ ਮਹਾਰਾਜ ਸਵਾਰੀ ਲਿਆਏ ਬਾਬਾ ਬਸਾਖਾ ਸਿੰਘ ਹੋਣੀ ਇੰਡੀਆ ਤੋਂ। ਉੱਥੇ ਪਹਿਲਾ ਪ੍ਰਕਾਸ਼ ਹੋਇਆ ਸੀਗਾ ਇੱਥੇ ਹੋਲਟ ਟਾਊਨ ਇੱਕ, ਜਿੱਥੇ ਉਹ ਕੈਂਪ 'ਚ ਰਹਿੰਦੇ ਸੀਗੇ। ਉੱਥੇ ਪਹਿਲਾ ਦੀਵਾਨ ਲੱਗਾ ਸੀਗਾ। ਉੱਥੇ ਸੰਡੇ ਨੂੰ ਫਿਰ ਦੀਵਾਨ ਲਾਉਣੇ ਸ਼ੁਰੂ ਕਰਤੇ। ਪਿਆੜ ਦੀਆਂ ਸੰਗਤਾਂ ਨੇ ਇਕੱਠੇ ਹੋ ਕੇ ਮਤਾ ਪਾਇਆ ਵੀ ਆਪਾਂ ਗੁਰੂ ਘਰ ਲਈਏ। ਫੇਰ ਨਹੀਂ ਇੱਥੇ ਪ੍ਰਾਪਰਟੀ ਦੇਖੀ ਸੀਗੀ, ਪਹਿਲਾਂ ਹੋਲਟ ਪ੍ਰਾਪਰਟੀ ਦੇਖੀ ਸੀ ਉੱਥੇ ਲੈਣ ਨੂੰ, ਉਹ ਲਈ ਨਹੀਂ। ਫੇਰ ਇੱਥੇ ਜਿਹੜੇ ਆ 3 ਲਾਟ ਲੈ ਸੀ ਨਹੀਂ ਤੇ 1930 ਜਿਹੜਾ ਗੁਰੂ ਘਰ ਜਿੱਥੇ ਹੁਣ ਹੈਗਾ ਆ। ਹਾਂਜੀ, ਪਹਿਲਾਂ ਘਰੇ ਸੀ ਇਕੱਲਾ, ਇੱਥੇ ਛੋਟਾ ਜਿਹਾ ਘਰ ਸੀ ਲਿਆ ਸੀਗਾ ਜਿੱਥੇ ਉਹਨੇ ਬਾਬਾ ਜਵਾਲ ਸਿੰਘ ਹਾਲ ਲਿਖਿਆ, ਉਹ ਪਹਿਲਾ ਗੁਰੂ ਘਰ ਉਹ ਬਣਾਇਆ ਸੀਗਾ 1912 ਵਿੱਚ। ਉਹ 1912 ਵਾਲਾ ਗੁਰਦੁਆਰਾ ਆ। ਪਹਿਲੇ ਸੀਗੇ ਆਪਣੇ ਸੰਤ ਤੇਜਾ ਸਿੰਘ ਹੁਣੀ, ਹਾਂਜੀ, ਜਿਹੜੇ ਇੱਥੇ ਪੜ੍ਹਨ ਆਏ ਸੀਗੇ। ਤਾਂ ਉਹ ਯੂਨੀਵਰਸਿਟੀ ਤਾਂ ਉਹਨੇ ਇੱਥੇ ਸੱਦਿਆ ਸੀਗਾ ਜਦੋਂ ਇਹਨੇ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟੈਬਲਿਸ਼ ਕੀਤੀ ਆ। ਇਹ ਵੈਨਕੂਵਰ ਤੋਂ ਸ਼ੁਰੂ ਹੋਈ ਸੀਗੀ ਸੁਸਾਇਟੀ, ਸੰਤ ਤੇਜਾ ਸਿੰਘ ਨੇ ਉਹ ਉੱਥੇ ਵੀ ਉਹਨੇ ਐਸਟੈਬਲਿਸ਼ ਕੀਤੀ ਸੀ। ਤੇ ਉਹਦੀ ਫਿਰ ਇੱਕ ਡਿਵੀਜ਼ਨ ਇੱਥੇ ਲਿਆਂਦੀ ਉਹਨੇ। ਇਹਨੂੰ ਇੱਕ ਨਾਨ ਰਿਲੀਜੀਅਸ ਪਲੇਸ ਸੁਸਾਇਟੀ ਇੱਕ ਬਣਾਈ ਸੀ, ਸੁਸਾਇਟੀ ਬਣਾਈ ਸੀ ਕੰਮ ਕਰਨ ਲਈ, ਜਾਣੀ ਕਿ ਪੋਲੀਟੀਕਲ ਲਾ ਲਓ ਜਾਂ ਇਹ ਨਾਨ ਰਿਲੀਜੀਅਸ ਨਹੀਂ ਸੀ ਜਦੋਂ ਸ਼ੁਰੂ ਕੀਤੀ ਸੀ। ਤੇ ਉਹ ਹੀ ਉਹ ਜਿਹੜੀ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਨੇ ਵੈਨਕੂਵਰ ਵਾਲਾ ਗੁਰਦੁਆਰਾ ਬਣਾਇਆ ਪਹਿਲਾਂ। ਫਿਰ ਉਹ ਹੀ ਸੁਸਾਇਟੀ ਇੱਥੇ ਜਿਹੜਾ ਕੰਮ ਕੀਤਾ, ਜੇ ਲੋਕਲ ਬੰਦਿਆਂ ਨੇ ਫੰਡਿੰਗ ਕਰਕੇ ਉਹ ਇੱਕੋ ਹੀ ਸੁਸਾਇਟੀ ਜਿਹਨੇ ਕੰਮ ਕੀਤਾ। ਹਿਸਟਰੀ ਜਿਹੜੀ ਗਦਰ ਲਹਿਰ ਦੀ, ਇਹਦੀ ਹਿਸਟਰੀ ਅਸਟੋਰੀਆ ਤੋਂ ਸ਼ੁਰੂ ਹੋਈ ਸੀ ਗਦਰ ਲਹਿਰ। ਇਹਦਾ ਸਿੱਖਣ ਜਦੋਂ ਪਹਿਲਾਂ ਸ਼ੁਰੂ ਕੀਤੀ ਆ, ਸਿੱਖੀ ਨਾਲ ਕੋਈ ਇਹਦਾ ਕੋਈ ਗੁਰੂ ਘਰ ਕੋਈ ਹੁੰਦਾ ਨਹੀਂ ਸੀ, ਸਿੱਖ ਇਕੱਠੇ ਨਹੀਂ ਸੀਗੇ। ਤੇ ਉੱਥੇ ਫੇਲ ਹੋ ਗਈ ਸੀਗੀ। ਫਿਰ ਉਹ ਜਦੋਂ ਇੱਥੇ ਗੁਰੂ ਘਰ ਬਣਿਆ, ਇੱਥੇ ਸੰਗਤ ਇਕੱਠੀ ਹੋਈ, ਇੱਥੇ ਮੀਟਿੰਗਾਂ ਹੋਣ ਲੱਗੀਆਂ, ਉਹਨੂੰ ਫਿਰ ਮੁੜ ਕੇ ਰਿਵਾਈਵ ਕੀਤਾ ਗਿਆ ਗਦਰ ਲਹਿਰ ਨੂੰ। ਪਰ ਇਹ ਅਸਟੋਰੀਆ ਓਰਗਨ ਤੋਂ ਇਹਦੀ ਫਾਊਂਡੇਸ਼ਨ ਉੱਥੋਂ ਆ ਪਹਿਲਾਂ, ਪਰ ਉਹਦਾ ਬਣਿਆ ਕੁਛ ਨਹੀਂ ਸੀਗਾ। ਫਿਰ ਇੱਥੇ ਜਦੋਂ ਸਾਰੀ ਕਮਿਊਨਿਟੀ ਹੋਈ ਤਾਂ ਇੱਥੇ ਵੀ ਮੁੜ ਕੇ ਗਦਰ ਲਹਿਰ 1910 'ਚ ਸ਼ੁਰੂ ਲੱਗ ਪਏ ਸੀ, ਜਾਣੀ ਕਿ ਗਦਰ ਲਹਿਰ ਦਾ ਮੂਵਮੈਂਟ ਦਾ ਕੰਮ ਕਰਨ। ਅਸਲੀ ਵਿਜ਼ਨ ਇਹ ਸੀ ਕਿ ਜਦੋਂ ਬੰਦੇ ਇੱਥੇ ਆਇਆ ਉਹਨੇ ਦੇਖਿਆ ਵੀ ਆਜ਼ਾਦੀ ਹੁੰਦੀ ਕੀ ਆ। ਇੱਥੇ ਆ ਕੇ ਉਹਨੇ ਰੀਅਲਾਈਜ਼ ਕੀਤਾ ਵੀ ਇੰਡੀਪੈਂਡੈਂਸ, ਫਰੀਡਮ ਕਹਿੰਦੇ ਕਿਹਨੂੰ ਆ। ਉਹ ਨਹੀਂ ਪਿਕਚਰ ਲੈ ਕੇ ਵੀ ਸਾਨੂੰ ਆਪਣਾ ਦੇਸ਼ ਆਜ਼ਾਦ ਕਰਾਉਣਾ ਆਪਣਾ, ਜਿਹੜੀਆਂ ਇੱਥੇ ਪ੍ਰੋਬਲਮ ਆਈਆਂ ਉਹਨਾਂ ਇੱਥੇ ਦੇਖਿਆ ਵੀ ਅਸਲੀ ਆਜ਼ਾਦੀ ਕੀ ਹੁੰਦੀ ਹੈ। ਸੁਣੀ ਤਾਂ ਸੀਗੀ ਪਰ ਕਦੇ ਹੰਡਾਈ ਨਹੀਂ ਸੀ ਜਿਹੜੀ ਆਜ਼ਾਦੀ ਆ। ਫਿਰ ਉਹਨੇ ਇਹ ਸੁਪਨਾ ਦੇਖਿਆ ਵੀ ਸਾਨੂੰ ਆਪਣੀ ਆਜ਼ਾਦੀ ਵੀ ਚਾਹੀਦੀ ਆ। ਤਾਂ ਉਸ ਕਰਕੇ ਜਿਹੜੀਆਂ ਨੂੰ ਇੱਥੇ ਪ੍ਰੋਬਲਮ ਆਈਆਂ ਉਹਦੇ ਕਰਕੇ ਵੀ ਉਹਨੇ ਵੀ ਕੀਤਾ ਵੀ ਸਾਨੂੰ ਆਪਣੇ ਦੇਸ਼ ਦੇ ਵੀ ਆਪਣੀ ਕੰਟਰੀ ਲਈ ਕੁਝ ਕਰਨਾ। ਰਾਈਟਿੰਗ ਜਿੰਨੀ ਵੀ ਇੱਥੇ ਦੀ ਸਰਕਾਰ, ਲੋਕਲ ਸਰਕਾਰ ਨਾਲ ਜਾਂ ਆਪਣੀ ਸੈਂਟਰ ਸਰਕਾਰ ਨਾਲ ਵੀ ਗੱਲਾਂ ਹੁੰਦੀਆਂ ਸੀ, ਉਹ ਸਾਰੇ ਉਹਨੇ ਰੈਕਡ ਰੱਖੇ ਆ। ਵੁਡਰੋ ਵਿਲਸਨ ਨਾਲ ਜਿੰਨੀ ਵੀ ਹੋਈ ਆ, ਇਕੱਲੀ ਸਿਰਫ ਗਦਰ ਦੀ ਗੱਲ ਨਹੀਂ ਸੀ, ਉਦੋਂ ਇੱਥੇ ਦੀ ਗੱਲ ਸੀਗੀ। ਉਹ ਇੱਥੇ ਵੀ ਜਿਹੜੀ ਏਸ਼ੀਅਨ ਐਕਟ ਸ਼ੁਰੂ ਹੋਈ ਸੀਗੀ ਵੀ ਪ੍ਰਾਪਰਟੀ, ਉਹਦੇ ਬਾਰੇ ਗੱਲ ਕਰਨੀ। ਤਾਂ ਸਾਰਾ ਉਹ ਜਾਣੀ ਕਿ ਇੱਥੋਂ ਸਾਰਾ ਰੈਕਡ ਲਿਖਿਆ ਉਹਨੇ ਵੀ ਕਿੰਨੀ ਚਿੱਠੀਆਂ ਕਿਹਨੂੰ ਪਾਈਆਂ, ਉਹਨਾਂ ਦਾ ਜਵਾਬ ਕੀ ਆਇਆ ਮੁੜ ਕੇ। ਕੋਈ ਸਾਡੀ ਇੱਥੇ ਫਰੀਡਮ ਲੈਣੀ, ਪ੍ਰਾਪਰਟੀ ਰਾਈਟਸ ਲੈਣੀ, ਗਦਰ ਮੂਵਮੈਂਟ ਨੇ ਜਿਹੜੇ ਗਦਰੀ ਉਹਨੇ ਉਹ 'ਤੇ ਵੀ ਬਹੁਤ ਕੰਮ ਕੀਤਾ, ਨਾ ਕਿ ਸਿਰਫ ਗਦਰ ਲਹਿਰ ਲਈ। ਉਸ ਚੀਜ਼ 'ਤੇ ਵੀ ਉਹਨੇ ਕਾਫੀ ਕੰਮ ਕੀਤਾ ਜਿਹੜੇ ਸਾਨੂੰ ਇੱਥੇ ਦੀ ਇੰਡੀਪੈਂਡੈਂਸ ਆ, ਸਾਡੇ ਰਾਈਟਸ ਆ, ਸਿਟੀਜ਼ਨਸ਼ਿਪ ਦੀ ਐਕਟ ਜਿਹੜੀ ਉਹ ਸਾਰਾ ਸਾਨੂੰ ਮਿਲ ਸਕੇ। ਮੈਂ 73 ਜੋ ਖੁਦ ਮੈਂ ਆਪਣੇ ਅੱਖੀਂ ਦੇਖਿਆ ਨਾ, ਉਹ ਤਾਂ ਮੈਂ ਇੱਥੇ ਜਿੰਨਾ ਵੀ ਆਪਣੀ ਪੰਜਾਬੀ ਕਮਿਊਨਿਟੀ ਲਾ ਲਓ ਜਾਂ ਇੰਡੀਆ ਦੇ ਰਿਲੇਟਡ ਸੀਗੇ, ਕੋਈ ਮੁਸਲਮਾਨ ਭਾਈ ਜਾਂ ਹਿੰਦੂ ਜਾਂ ਬ੍ਰਾਹਮਣ ਜਾਂ ਸਿੱਖ, ਸਾਰੇ ਇੱਥੇ ਆਉਂਦੇ ਸੀ, ਰਲ ਮਿਲ ਕੇ ਭਾਈ ਸਾਰੇ ਰਹਿੰਦੇ ਸੀ। ਤੇ ਸਾਰਿਆਂ ਨੇ ਇੱਥੇ ਆਪੋ ਆਪਣੇ ਪ੍ਰੋਗਰਾਮ ਵੀ ਮਨਾ ਲੈਂਦੇ ਸੀ। ਜਿੱਦਾਂ ਹੁਣ ਇੱਥੇ ਬਜ਼ੁਰਗ ਆਉਣੇ, ਮੁਸਲਮਾਨ ਦੇ ਆਪਣੀਆਂ ਮਸੀਤਾਂ ਨਹੀਂ ਹੁੰਦੀਆਂ ਸੀ, ਉਹਨੇ ਫਰਾਈਡੇ ਨੂੰ ਆ ਕੇ ਇੱਥੇ ਨਵਾਜ਼ ਵੀ ਪੜ੍ਹ ਲੈਣੀ ਆਪਣੀ ਜੁਦੇ ਹੋ ਕੇ, ਤੇ ਇੱਥੇ ਸਾਰਾ ਇਕੱਠਾ ਕਰਨਾ। ਤੇ ਇੱਕ ਗੁਰੂ ਘਰ ਇੱਕ ਸੈਂਟਰ ਹੁੰਦਾ ਕਿ ਜਿੰਨੇ ਸਾਰੇ ਸਟੂਡੈਂਟ ਆਉਣੇ, ਭਾਵੇਂ ਕੋਈ ਨਿਊਯਾਰਕ ਰਹਿੰਦਾ, ਭਾਵੇਂ ਕੋਈ ਚਿਕਾਗੋ ਪੜ੍ਹਦਾ ਆ, ਸਮਰ ਨੂੰ ਇੱਥੇ ਕੇਂਦਰੀਆਂ ਬਹੁਤ ਹੁੰਦੀਆਂ ਸੀ। ਉਹਨੇ ਵਰਕ ਕਰਨ ਆਉਣਾ ਆਪਣਾ ਸੀਜ਼ਨ ਤੇ ਇੱਥੇ ਕਮਾਈ ਲਈ। ਤੇ ਸਾਰੇ ਇੱਥੇ 100 150 ਮੁੰਡਾ ਆ ਕੇ ਗਰਮੀਆਂ ਨੂੰ ਰਹਿੰਦਾ ਹੁੰਦਾ ਸੀ। ਜਿਹੜਾ ਆਪਣਾ ਗਦਰੀ ਬਾਬੇ ਦਾ ਹਾਲ ਵਾ, ਉੱਥੇ 50-60 ਬੈੱਡ ਲੱਗੇ ਹੁੰਦੇ ਸੀ। ਉਹਨੇ ਇੱਕ ਲੰਗਰ ਹੀ ਰੱਖ ਲੈਣਾ ਬਈ ਕੋਈ ਆਵੇ ਉਹਨੂੰ ਰੋਟੀਆਂ ਬਣਾਈ ਜਾਣੀਆਂ, ਬੈੱਡ ਜਿਹੜਾ ਵਿਹਲਾ ਉੱਥੇ ਸੌ ਜਾਣਾ ਨਹੀਂ ਆ ਕੇ। ਜਾਣੀ ਕਿ 70 ਮੁੰਡੇ ਵੀ ਸਮੇਂ ਨੂੰ ਆ ਕੇ ਇੱਥੇ ਕੰਮ ਕਰਦੇ ਰਹੇ। ਕਿਸੇ ਨੇ ਖੱਤਿਆਂ 'ਚ ਕਰਨਾ, ਕਿਸੇ ਨੇ ਕੇਂਦਰ 'ਚ ਕਰਨਾ। ਫਿਰ ਉਸ ਤੋਂ ਬਾਅਦ ਆਪਣਾ ਜਾ ਕੇ ਪੜ੍ਹਾਈਆਂ ਕਰਨੀਆਂ, ਡਿਗਰੀਆਂ ਕਰਨੀਆਂ। ਉਹ ਬੰਦੇ ਹਾਲੇ ਵੀ 2-3 ਇੱਥੇ ਹੈਗੇ ਆ। ਇੱਕ ਹਰਪਾਲ ਸਿੰਘ ਆ ਜਿਹੜਾ ਇੱਥੇ ਜਾਣੀ ਕਿ ਆ ਕੇ ਰਹਿੰਦੇ ਰਹੇ ਵੀ ਆ, ਤੇ ਹਾਲੇ ਵੀ ਉਹ ਇੰਜੀਨੀਅਰ ਹੋ ਇੱਥੇ। ਹਾਂਜੀ, ਉਹ ਤਾਂ ਮੈਂ 70 ਤੇ ਪਹਿਲਾਂ ਤਾਂ ਦੇਖੋ ਉਹ ਕੰਟੀਨਿਊ 12 ਤੋਂ ਇਹ ਕੰਮ ਚੱਲਦਾ ਆ ਰਿਹਾ ਸੀ ਜਦੋਂ ਵੀ ਸਟੂਡੈਂਟ ਆਉਣੇ। ਹੁਣ ਗਦਰੀ ਬਾਬੇ ਫੰਡ ਵੀ ਦਿੰਦੇ ਰਹੇ ਆ ਪੜ੍ਹਾਉਣ ਲਈ। ਉਹਨੇ ਰੈਜ਼ੋਲੂਸ਼ਨ ਪਾਈ ਆ ਵੀ ਅਸੀਂ ਜਿਹੜਾ ਬੱਚਾ ਪੜ੍ਹਨ ਆਉਂਦਾ ਉਹਦਾ ਖਰਚਾ ਕਰਾਂਗੇ। ਉੱਥੇ ਉਹਨੇ ਘਰ ਵੀ ਲੈ ਕੇ ਦਿੱਤੇ ਹੋਏ ਸੀ ਉਹਨਾਂ ਨੂੰ ਰਹਿਣ ਨੂੰ ਬਰਕਲੀ ਦੇ ਕੋਲ। ਇਹ ਸੰਤ ਤੇਜਾ ਸਿੰਘ, ਬਾਬਾ ਬਸਾਖਾ ਸਿੰਘ, ਕਿਉਂ ਉਹ
ਸੀਗੇ ਉਹਨਾਂ ਦੀ ਆਪਣੀ ਫਾਰਮਿੰਗ ਸੀਗੀ, ਲੀਜ਼ ਤੇ ਉਹ ਫਾਰਮਿੰਗ ਕਰਦੇ ਸੀ। ਉਹਨਾਂ ਦੀ ਪਲਾਨ ਸੀ ਬਾਬਾ ਜਵਾਲਾ ਸਿੰਘ ਦੇ ਵਿਸਾਖਾ ਉਹਨਾਂ ਦੀ, ਵੀ ਆਪਾਂ ਐਜੂਕੇਸ਼ਨ ਵੀ ਜ਼ਰੂਰ ਰੱਖਣੀ ਆ, ਕੋਈ ਰਿਲੀਜਨਸ ਹੋਵੇ ਕੋਈ ਹੋਵੇ, 14 ਜੀ ਲਾ ਲਓ 12-13 ਹਜ਼ਾਰ, ਹਾਂਜੀ ਉਦੋਂ ਦਾ ਸਾਰਾ ਸੀਗਾ। ਤਾਂ ਵੀ ਜਿੰਨੇ ਵੀ ਬੱਚੇ ਆਉਂਦੇ ਉਹਨਾਂ ਨੂੰ ਪੜ੍ਹਾਉਣਾ। ਕਰਤਾਰ ਸਿੰਘ ਸਰਾਭਾ ਵੀ ਉੱਥੇ ਆਇਆ, ਉਹਦੀ ਐਜੂਕੇਸ਼ਨ ਦਾ ਖਰਚਾ ਵੀ ਦਿੰਦੇ ਰਹੇ ਆ। ਉਹ ਫਿਰ ਮੂਵਮੈਂਟ ਦੇ ਵਿੱਚ ਇਨਵੋਲਵ ਹੋ ਗਿਆ। ਗਦਰ ਲਹਿਰ ਦੇ ਵਿੱਚ ਲਾਲਾ ਹਰਦਿਆਲ ਸਿੰਘ ਮੇਨ ਸੀਗੇ ਪੇਪਰ ਦੇ ਐਡੀਟਰ, ਉਹਨਾਂ ਨਾਲ ਵੀ ਕੰਮ ਕਰਦੇ ਰਹੇ ਉਹ, ਹੈ ਨਾ। ਪਰ ਇਹਨਾਂ ਦਾ ਐਂਗਲ ਉਹਨਾਂ ਦਾ ਫਰੀडम ਦਾ ਸੀਗਾ, ਇਹਨਾਂ ਦਾ ਪੋਲੀਟੀਕਲ ਐਂਗਲ ਸੀਗਾ ਉਦੋਂ। ਪਰ ਚਲੋ ਉਹ ਤਾਂ ਅਰੈਸਟ ਹੀ ਹੋ ਗਿਆ ਜੀ ਨਾ ਲਾਲਾ ਹਰਦਿਆਲ। ਕੁਲਜੀਤ ਸਿੰਘ ਨਿੱਜਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਡੀਓ USA ਸਰਦਾਰ ਹਰਜੋਤ ਸਿੰਘ ਤੇ ਸਾਰੀ ਟੀਮ ਨੂੰ ਜੀ ਆਇਆਂ ਆਖਦੇ ਹਾਂ। ਸਟਾਕਟਨ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਤੇ ਸੰਗਤ ਵੱਲੋਂ ਜਿਹੜਾ ਤੁਸੀਂ ਇਹ ਉਪਰਾਲਾ ਕਰ ਰਹੇ ਹੋ ਡਾਕੂਮੈਂਟਰੀ ਬਣਾਉਣ ਦਾ। ਸਾਡੇ ਕੋਲ ਬਹੁਤ ਸਾਰੇ ਇਤਿਹਾਸਿਕ ਦਸਤਾਵੇਜ਼ ਪਏ ਨੇ, ਪਰ ਇਹ ਸਮਾਂ ਹੀ ਨਹੀਂ ਕਦੀ ਬਣਿਆ। ਅਸੀਂ 100 ਸਾਲਾਂ ਬਣਾਇਆ ਸੀ, ਉਸ ਸਮੇਂ ਅਸੀਂ ਕੁਛ ਜਿਹੜੇ ਡਾਕੂਮੈਂਟ ਤੇ ਉਹ ਜਿਹੜੀਆਂ ਵਿਸਰੀਆਂ ਭੁੱਲੀਆਂ ਯਾਦਾਂ, ਜਿਹੜੀਆਂ ਹਿਸਟੋਰੀਕਲ ਈਵੈਂਟਸ ਜਿਹੜੇ ਸੀ ਉਦੋਂ ਉਹ ਬਾਹਰ ਸਾਹਮਣੇ ਉੱਭਰ ਕੇ ਸਾਹਮਣੇ ਆਏ ਸੀ। ਤੇ ਉਸ ਤੋਂ ਬਾਅਦ ਜਿਹੜਾ ਹੁਣ ਕਮੇਟੀਆਂ ਦੇ ਚੇਂਜ ਹੋਣ ਕਾਰਨ ਤੇ ਕੁਛ ਕਾਰਨਾਂ ਕਰਕੇ ਅਸੀਂ ਜਿਹੜਾ ਆ ਉਹਨੂੰ ਕੰਟੀਨਿਊ ਨਹੀਂ ਕਰ ਸਕੇ। ਹੁਣ ਜਿਹੜਾ ਆ ਅਸੀਂ ਜਿਹੜਾ ਮਿਊਜ਼ੀਅਮ ਹੈ ਗਦਰੀ ਬਾਬਿਆਂ ਦਾ, ਜਿਹਦੇ ਵਿੱਚ ਇਤਿਹਾਸਕ ਦਸਤਾਵੇਜ਼ ਨੇ, ਉਹ ਦਸਤਾਵੇਜ਼ ਜਿਹੜੇ ਨੇ ਅਸਲ ਵਿੱਚ ਜਿਹੜੀ ਇੰਡੀਆ ਦੀ ਫ੍ਰੀ ਇੰਡੀਪੈਂਡੈਂਸ ਮੂਵਮੈਂਟ ਜਿਹੜੀ ਆ ਉਹ ਡਾਇਸਪੋਰਸ ਸਿੱਖਾਂ ਨੇ ਸਪੈਸ਼ਲੀ ਗਦਰੀ ਬਾਬਿਆਂ ਨੇ ਇੱਥੋਂ ਬੈਠ ਕੇ ਲੜੀ। 1912 ਦੇ ਲਾਗੇ ਗਦਰੀ ਬਾਬੇ ਇੱਥੇ ਆਉਂਦੇ ਨੇ। ਅਕਤੂਬਰ 24 1912 ਨੂੰ ਗੁਰਦੁਆਰਾ ਸਾਹਿਬ ਸਟਾਕਟਨ ਦੀ ਸਥਾਪਨਾ ਹੁੰਦੀ ਹੈ ਤੇ ਉਹਦੇ ਵਿੱਚ ਜਿਹੜੇ 5 ਸਿੱਖ ਨੇ, 5 ਤੋਂ 7 ਸਿੱਖ, ਜਿਨ੍ਹਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਬਾਹਰਲੇ ਗਦਰ ਮੂਵਮੈਂਟ ਨੂੰ ਖੜੇ ਕਰਨ ਦੇ ਵਿੱਚ, ਜਿਹਦੇ ਵਿੱਚ ਸਭ ਤੋਂ ਪਹਿਲਾਂ ਬਾਬਾ ਵਿਸਾਖਾ ਸਿੰਘ ਦਦਹਰ, ਉਹਨਾਂ ਦਾ ਪਿੰਡ ਅੰਮ੍ਰਿਤਸਰ ਦੇ ਵਿੱਚ, ਜਵਾਲਾ ਸਿੰਘ ਠੱਠੀਆਂ ਤੇ ਸੰਤ ਬਾਬਾ ਤੇਜਾ ਸਿੰਘ, ਤੇ ਫਿਰ ਆਪਣੇ ਆ ਜਾਂਦੇ ਨੇ ਡਾਕਟਰ ਭਗਤ ਸਿੰਘ ਥੇਨ, ਜਿਨ੍ਹਾਂ ਦਾ ਬਹੁਤ ਵੱਡਾ ਰੋਲ ਹੈ ਇਸ ਮੂਵਮੈਂਟ ਤੱਕ ਜਾਂਦਿਆਂ। ਤੇ ਇੱਥੋਂ ਜਿਹੜਾ ਹੈ ਉਸ ਤੋਂ ਬਾਅਦ ਜਿਹੜੀ ਮੂਵਮੈਂਟ ਦੇ ਵਿੱਚ ਸਾਡੇ ਸਿੱਖਾਂ ਦੇ ਨੁਮਾਇੰਦੇ ਵੀ ਹੋਏ ਨੇ। ਦਲੀਪ ਸਿੰਘ ਸੌਨ, ਉਹ ਸਟਾਕਟਨ ਗੁਰੂ ਘਰ ਤੋਂ ਹੋਏ ਨੇ। ਮੈਂ ਜੋ ਗੱਲ ਸ਼ੁਰੂ ਕਰਨ ਲੱਗਾ, ਜੋ ਸਿੱਖਾਂ ਦੀ ਆਮਦ ਦੀ, ਜਿਵੇਂ ਭਾਈ ਸਾਹਿਬ ਨੇ ਕਿਹਾ, ਇਹ 1899 ਦੇ ਲਾਗੇ ਛਾਗੇ ਅਸੀਂ ਇੱਥੇ ਆਉਣੇ ਸ਼ੁਰੂ ਹੋਏ। ਪਹਿਲਾ ਦਸਤਾ 6 ਸਿੱਖਾਂ ਦਾ ਜਿਹਦਾ ਮੁਖੀ ਸਰਦਾਰ ਬਘੇਲ ਸਿੰਘ ਜਾਂ ਇਸ ਤਰ੍ਹਾਂ ਦਾ ਨਾਂ ਸੀ, ਮੈਂ ਵਿਸਰ ਗਿਆ, ਉਹ ਮਲੇਸ਼ੀਆ ਪੁਲਿਸ ਦੇ ਇੰਸਪੈਕਟਰ ਸਨ। ਹੀ ਸਪੀਕਿੰਗ ਪ੍ਰੀਟੀ ਗੁੱਡ ਇੰਗਲਿਸ਼। ਉਹਦੇ ਨਾਲ 6 ਬੰਦੇ ਉਹਨਾਂ ਦੇ ਆਏ ਸੀ। 1899 ਵਿੱਚ ਐਂਜਲ ਆਈਲੈਂਡ ਸੈਨ ਫਰਾਂਸਿਸਕੋ ਉਤਰੇ ਸੀ। ਉਸ ਤੋਂ ਪਹਿਲਾਂ ਜਿਹੜੀ ਸਿੱਖਾਂ ਦੀ ਆਮਦ ਦਾ, ਮਹਾਰਾਣੀ ਵਿਕਟੋਰੀਆ ਦੀ ਜਦੋਂ ਤਾਜਪੋਸ਼ੀ ਹੁੰਦੀ ਹੈ ਵਿਕਟੋਰੀਆ ਕੈਨੇਡਾ ਦੇ ਵਿੱਚ, ਉੱਥੇ ਸਿੱਖਾਂ ਦੀ ਰੈਜੀਮੈਂਟ ਬ੍ਰਿਟਿਸ਼ ਤੋਂ ਆਈ ਸੀ, ਜਿਹੜਿਆਂ ਨੇ ਉਹਨਾਂ ਨੂੰ ਸਲਾਮੀ ਦੇਣੀ ਸੀ। ਉਸ ਸਮੇਂ ਉਹਨਾਂ ਜਿਹੜੇ ਉੱਥੋਂ ਆਏ ਨੇ, ਉਹਨਾਂ ਵਿੱਚੋਂ ਬਹੁਤ ਸਾਰੇ ਸਿੱਖ ਜਿਹੜੇ ਉੱਥੇ ਰਹਿ ਗਏ। ਫਿਰ ਕਿਉਂਕਿ ਕੈਨੇਡਾ ਅੰਡਰ ਬ੍ਰਿਟਿਸ਼ ਰੂਲ, ਉਹਨਾਂ ਨੇ ਇਹ ਲਾਅ ਸੀ ਕਿ ਤੁਸੀਂ ਆਪਣੀ ਹੋਮਲੈਂਡ ਤੋਂ ਸਿੱਧੇ ਡਾਇਰੈਕਟ ਤੁਸੀਂ ਆ ਕੇ ਉੱਥੇ ਉਤਰ ਸਕਦੇ ਹੋ। ਏਅਰਪਲੇਨ ਦਾ ਕੋਈ ਸਾਧਨ ਨਹੀਂ ਸੀ। ਜਿਹੜੇ ਸ਼ਿਪ ਸਨ ਉਹ ਸਿੰਗਾਪੁਰ, ਮਲੇਸ਼ੀਆ ਤੋਂ ਚੱਲਦੇ ਸੀ, ਤੇ ਉਹ ਬੜੀ ਵੱਡੀ ਉੱਥੇ ਦਿੱਕਤ ਆਈ ਸਿੱਖਾਂ। ਜਿਹੜੇ ਪਹਿਲੇ ਸਿੱਖ ਸਨ ਉਹਨਾਂ ਨੇ ਬੜੀ ਸਟਰਗਲ ਕੀਤੀ। ਹੌਪਕਨ ਵਰਗੇ ਇੰਸਪੈਕਟਰ ਨੇ ਸਿੱਖਾਂ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਬੈਕ ਇਨ ਇੱਥੇ ਕੈਨੇਡਾ ਦੇ ਵਿੱਚ, ਵੈਨਕੂਵਰ ਦੇ ਵਿੱਚ। ਤੇ ਉਹਨਾਂ ਨੂੰ ਆਪਣੇ ਸੰਸਕਾਰ ਕਰਨ ਦੇ ਲਈ ਵੀ ਖੇਤਾਂ ਵਿੱਚ ਰਾਤ ਨੂੰ ਚੋਰੀ ਛਪੇ ਸੰਸਕਾਰ ਕੀਤੇ ਜਾਂਦੇ ਨੇ, ਵੀ ਆਪਣੇ ਜਿਹੜੇ ਬੰਦੇ ਉੱਥੇ ਜਿਹਨਾਂ ਦੀ ਡੈਥ ਹੋ ਜਾਂਦੀ ਸੀ ਜਾਂ ਕਿਸੇ ਕਾਰਨ ਮਾਰੇ ਜਾਂਦੇ ਸੀ। ਸੋ ਇਹੋ ਜਿਹੀਆਂ ਸਥਿਤੀਆਂ ਚੋਂ ਨਿਕਲਦੇ ਫਿਰ ਜਿਹੜੀ ਗਦਰ ਮੂਵਮੈਂਟ ਦੀ ਜਿਹੜੀ ਸਥਾਪਨਾ ਹੈ 1913 ਵਿੱਚ ਹੁੰਦੀ, ਜਿਹੜੇ ਅਨਾਉਂਸ ਕੀਤਾ ਜਾਂਦਾ 31 ਦਸੰਬਰ 1913 ਨੂੰ ਗਦਰ ਪਾਰਟੀ ਦਾ ਅਨਾਉਂਸ ਕੀਤਾ ਜਾਂਦਾ। ਇਹਨਾਂ ਦੀ ਮੀਟਿੰਗ ਅਸਟੋਰੀਆ ਓਰੇਗਨ ਦੇ ਵਿੱਚ ਸੀਗੀ, ਜਿੱਥੇ ਇਹ ਇਹਨਾਂ ਨੇ ਕੱਟ ਕੀਤਾ। ਕੈਨੇਡੀਅਨ ਜਿਹੜੇ ਸੀਗੇ ਗਦਰੀ, ਉਹ ਵੀ ਉੱਥੇ ਆਏ, ਤੇ ਇੱਧਰੋਂ ਸਾਡੇ ਜਿੰਨੇ ਸੀ ਉਹਨਾਂ ਨੇ ਆਏ। ਹਾਲਟ ਜਿਹੜਾ ਇਹਨਾਂ ਦਾ ਫਾਰਮ ਸੀ 500 ਏਕੜ ਤੋਂ ਉੱਤੇ, ਬਾਬਾ ਜਵਾਲਾ ਸਿੰਘ, ਬਾਬਾ ਵਿਸਾਖਾ ਸਿੰਘ ਹੋਰਾਂ ਦਾ,
ਇਹਦੇ ਵਿੱਚ ਭਾਈ ਸੰਤੋਖ ਸਿੰਘ ਤੇ ਹੋਰ ਸਨ। ਇਹਨਾਂ ਨੇ ਸਾਰਿਆਂ ਨੇ ਸਿੱਖ ਜਿੱਥੇ ਵੀ ਗਿਆ ਦੁਨੀਆ ਦੇ ਵਿੱਚ ਆਪਣੇ ਗੁਰੂ ਨੂੰ ਮੁੱਖ ਰੱਖ ਕੇ ਤੇ ਪਹਿਲਾਂ ਨਾਲ ਲੈ ਕੇ, ਤੇ ਸਿੱਖਾਂ ਨੂੰ ਆਪਣਾ ਘਰ ਨਸੀਬ ਹੋਵੇ ਜਾਂ ਨਾ ਹੋਵੇ, ਇਸ ਨੇ ਹਿਸਟਰੀ ਵੀ ਸਿੱਖ ਉੱਤੇ ਜਾ ਕੇ ਪਹਿਲਾਂ ਆਪ ਦਾ ਜਿਹੜਾ ਗੁਰਦੁਆਰਾ ਸਾਹਿਬ ਤੇ ਨਿਸ਼ਾਨ ਸਾਹਿਬ ਲਾਉਂਦੇ, ਜਿੱਥੋਂ ਇਹਨਾਂ ਨੂੰ ਸਪਿਰਚੁਅਲ ਸ਼ਕਤੀ ਮਿਲਦੀ ਹੈ, ਪਾਵਰ ਹੈ, ਜਿੱਥੇ ਮਨੁੱਖਤਾ ਦੀ ਸੇਵਾ ਦਾ ਉਪਦੇਸ਼ ਮਿਲਦਾ, ਤੇ ਜਿੱਥੋਂ ਇੱਕ ਰਿਲੀਜੀਅਸ ਐਜੂਕੇਸ਼ਨ ਤੇ ਸੋਸ਼ਲ ਤੇ ਕਲਚਰ ਸੈਂਟਰ ਜਿਹੜਾ ਇਹ ਸਥਾਪਿਤ ਕਰ ਸਕਦਾ। ਉੱਥੋਂ ਇਹਨਾਂ ਨੇ ਇਹ ਕੀਤਾ। ਫਿਰ ਇਸ ਤੋਂ ਬਾਅਦ ਜਦੋਂ ਗਦਰ ਮੂਵਮੈਂਟ ਚੱਲਦੀ ਹੈ, ਉਸ ਸਮੇਂ ਇਹਨਾਂ ਬਾਬਿਆਂ ਨੇ ਬਰਕਲੇ ਦੇ ਵਿੱਚ ਜਿਹੜਾ ਟੌਪ ਨੌਚ ਯੂਨੀਵਰਸਿਟੀ ਦੁਨੀਆ ਦੇ ਵਿੱਚ ਹੁਣ ਤੱਕ ਦੀ ਮੰਨੀ ਜਾਂਦੀ ਹੈ, ਪਹਿਲੀਆਂ 5 ਯੂਨੀਵਰਸਿਟੀਆਂ ਦੇ ਵਿੱਚ ਉਹ ਆਉਂਦੀ ਹੈ। ਸਾਡੇ ਜਿਹੜੇ 1910 ਤੋਂ ਲੈ ਕੇ 1970 ਤੱਕ ਜਿੰਨੇ ਲੋਕ ਆਏ ਨੇ, ਉਹ ਹਾਇਰ ਐਜੂਕੇਸ਼ਨ ਲਈ ਜ਼ਿਆਦਾ ਇੱਥੇ ਆਏ ਨੇ। ਉਸ ਤੋਂ ਬਾਅਦ ਜਿਹੜੀ ਆਮਦ ਹੋਰ ਟਾਈਪ ਦੀ ਹੋਈ ਆ, ਪਰ ਉਹਦਾ 1912 ਤੋਂ ਲੈ ਕੇ 55 ਸਾਲ ਤੱਕ ਦਾ ਸਮਾਂ ਹਰੇਕ ਸਿੱਖ ਜਿਹੜਾ ਇੱਥੇ ਆਇਆ, ਜਾਂ ਕੋਈ ਪੰਜਾਬੀ ਆਇਆ, ਜਾਂ ਜਿਹਦੇ ਕੋਲ ਕੋਈ ਰਹਿਣ ਬਸੇਰਾ ਨਹੀਂ ਸੀ, ਉਹ ਸਟਾਕਟਨ ਗੁਰਦੁਆਰਾ ਸਾਹਿਬ ਨਾਲ ਕਿਸੇ ਨਾ ਕਿਸੇ ਤਰ੍ਹਾਂ ਨਾਲ ਜੁੜਿਆ ਰਿਹਾ। ਸਟਾਕਟਨ ਗੁਰਦੁਆਰਾ ਦਾ ਜਿਹੜਾ ਪਿਛੋਕੜ ਹੈ ਆਜ਼ਾਦੀ ਦੀ ਮੂਵਮੈਂਟ ਦੇ ਨਾਲ ਬਹੁਤ ਹੀ ਡੂੰਘਾ ਹੈ। ਅਸਲ ਮੂਵਮੈਂਟ ਜਿਹੜੀ ਆ ਉਹ ਇੱਥੋਂ ਹੋ ਕੇ ਗਈ ਹੈ। 1912 ਦੇ ਵਿੱਚ ਐਸਟੈਬਲਿਸ਼ਮੈਂਟ ਹੁੰਦੀ ਹੈ। 1912 ਦੇ ਵਿੱਚ ਕਰਤਾਰ ਸਿੰਘ ਸਰਾਭਾ ਆਉਂਦੇ ਨੇ। 1914 ਦੇ ਵਿੱਚ ਉਹ ਵਾਪਸ ਚਲ ਜਾਂਦੇ ਨੇ, ਤੇ 1900 ਨੂੰ 15 ਦੇ ਵਿੱਚ ਲਾਹੌਰ ਕਨਸਪੀਰੇਸੀ ਦੇ ਵਿੱਚ 42 ਹੋਰ ਨਾਲ ਸਨ। 17 ਸਾਲ ਦੀ ਉਮਰ ਵਿੱਚ ਇੱਥੇ ਆਉਂਦੇ ਨੇ। 17 ਸਾਲ ਦੀ ਉਮਰ ਵਿੱਚ ਪਹਿਲਾ ਗਦਰ ਅਖਬਾਰ ਨਿਕਲਦਾ ਹੈ, ਉਸ ਦੇ ਮੇਨ ਐਡੀਟਰ ਉਹ ਸਨ। ਬਰਕਲੇ ਤੋਂ ਸਟਾਕਟਨ ਦਾ ਸਫ਼ਰ 70 ਮੀਲ ਦਾ ਹੈ। ਉਹ ਹਰ ਐਤਵਾਰ ਇੱਥੇ ਆਉਂਦੇ ਸੀ। ਫਿਰ ਇਸ ਤੋਂ ਬਾਅਦ ਜਿਹੜਾ 1914 ਵਿੱਚ ਜਦੋਂ ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਹੁੰਦੀ ਹੈ, ਤੇ 600 ਤੋਂ ਵੱਧ ਸਿੱਖ ਜਿਹੜੇ ਆ ਉਸ ਜਹਾਜ਼ ਚੜ੍ਹ ਕੇ ਹਿੰਦੁਸਤਾਨ ਜਾਂਦੇ ਨੇ। ਵਜਵਜੇ ਘਾਟ ਦੇ ਉੱਤੇ ਉਹਨਾਂ ਨੂੰ ਮਾਰਿਆ ਜਾਂਦਾ ਹੈ, ਕੁਝ ਮਾਰ ਦਿੱਤੇ ਜਾਂਦੇ ਨੇ, ਕੁਝ ਫੜ ਲਏ ਜਾਂਦੇ ਨੇ। ਤੇ ਜਦੋਂ ਇਹ ਸਾਰਾ ਕੁਝ ਵਾਪਰਨ ਤੋਂ ਬਾਅਦ ਸੋਹਣ ਸਿੰਘ ਭਕਨਾ ਅਚਾਨਕ 3-4 ਸਾਲ ਬਾਅਦ ਕਿਸੇ ਕਾਨਫਰੰਸ ਵਿੱਚ ਬੋਲਦੇ ਨੇ, ਤੇ ਅੰਗਰੇਜ਼ ਸਰਕਾਰ ਨੂੰ ਇਹ ਹੱਥਾਂ ਦੀ ਪੈਰਾਂ ਦੀ ਪੈ ਜਾਂਦੀ ਵੀ ਇਹ ਕਿੱਥੋਂ ਆ ਗਿਆ। ਉਹਨਾਂ ਨੂੰ ਇਹ ਸੀ ਵੀ ਇਹ ਜਹਾਜ਼ 'ਚ ਮਾਰ ਦਿੱਤਾ ਗਿਆ। ਸੋ ਉਸ ਤੋਂ ਬਾਅਦ ਜਿਹੜੀ ਗਦਰ ਲਹਿਰ ਹੈ, ਗਦਰ ਲਹਿਰ ਦਾ ਜਿਹੜਾ ਅਲਟਰਨੇਟਿਵ ਸੀਗਾ ਉਹ ਬੱਬਰ ਕਾਲੀ ਲਹਿਰ ਜਿਹੜੀ ਹੈ, ਉਹ ਗਦਰ ਪਾਰਟੀ ਦਾ ਅੰਗ ਸੀ। ਉਸ ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ, ਚਾਬੀਆਂ ਦਾ ਮੋਰਚਾ, ਤੇ ਹੋਰ ਜਿੰਨੇ ਮੋਰਚੇ, ਗੁਰੂ ਕਾ ਬਾਗ ਦਾ ਮੋਰਚਾ, ਇਹ ਜਿੰਨੇ ਲੱਗੇ ਆ, ਇਹ ਗਦਰ ਪਾਰਟੀ ਦੀ ਕੰਟੀਨਿਊਟੀ ਸੀਗੀ ਜਿਹੜੀ ਉੱਥੋਂ ਚੱਲਦੀ ਰਹੀ। ਤੇ ਜਿਹੜੇ ਕੁਝ ਤਾਂ ਇੱਥੇ ਰਹਿ ਗਏ, ਪਰ ਉਹ ਜਿਹੜੇ ਰਹਿ ਗਏ ਵੀ ਉਹ ਵੀ ਐਕਟਿਵ ਰਹੇ ਨੇ। ਉਹਨਾਂ ਦੇ ਜੋ ਸਾਡੇ ਕੋਲ ਇਤਿਹਾਸਕ ਦਸਤਾਵੇਜ਼ ਤੇ ਪਏ ਨੇ, ਅਸੀਂ ਕੁਝ ਦੀ ਸਟੱਡੀ ਕੀਤੀ ਹੈ। ਉਹਨਾਂ ਦਾ ਕੰਮ ਕਰਨ ਦਾ ਤਰੀਕਾ, ਉਹਨਾਂ ਦਾ ਜਿਹੜਾ ਕੌਮ ਪ੍ਰਤੀ, ਆਪਣੇ ਦੇਸ਼ ਪ੍ਰਤੀ ਪਿਆਰ, ਉਹ ਬੜਾ ਉੱਚ ਝਲਕ ਕੇ ਪੈਂਦਾ ਹੈ। ਇੱਥੇ ਸਾਡੇ ਕੋਲ ਰਸੀਦਾਂ ਪਈਆਂ ਨੇ ਉਹ, ਜਿਨ੍ਹਾਂ ਦੇ ਵਿੱਚ ਲਿਖਿਆ ਗਿਆ ਕਿ ਫਲਾਨਾ ਪਿੰਡ ਦਾ ਫਲਾਨਾ ਸਿੰਘ, ਫਲਾਨਾ ਰਾਮ ਸ਼ਾਮ ਜੋ ਵੀ ਹੈ, ਉਸ ਦੀ ਡੈਥ ਹੋ ਜਾਂਦੀ ਹੈ। ਇੰਡੀਅਨ ਇੰਡੀਪੈਂਡੈਂਸ ਮੂਵਮੈਂਟ ਦੇ ਵਿੱਚ ਅਸੀਂ ਉਸ ਦੇ ਪਰਿਵਾਰ ਨੂੰ $400, $500, $100 ਉਹਨੂੰ ਮਾਲੀ ਇਮਦਾਦ ਭੇਜ ਰਹੇ ਹਾਂ, ਤੇ ਨਾਲ ਅਸੀਂ ਉਹਨੂੰ ਉਹਦਾ ਬਹਾਦਰੀ ਦਾ ਸਰਟੀਫਿਕੇਟ ਅਸੀਂ ਨਾਲ ਭੇਜ ਰਹੇ ਹਾਂ। ਤੇ ਉਸ ਤੋਂ ਬਾਅਦ ਜਦੋਂ ਸ਼੍ਰੋਮਣੀ ਅਕਾਲੀ ਦਲ ਹੋਂਦ 'ਚ ਆਉਂਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਆਉਂਦੀ ਹੈ, ਫਿਰ ਜਦੋਂ ਇਹਨਾਂ ਦਾ ਰਹਿਤ ਮਰਜ਼ਾਦਾ ਦੀ ਗੱਲ ਆਉਂਦੀ ਹੈ, ਰਹਿਤ ਮਰਜ਼ਾਦਾ ਦੇ ਸਮੇਂ ਵੀ ਪੂਰੀ ਕੰਟੀਨਿਊਟੀ ਇਹਨਾਂ ਦਾ ਉਹਨਾਂ ਨਾਲ ਤਾਲਮੇਲ ਸੀ ਉੱਥੇ ਦੇ ਸਿੱਖਾਂ ਦੇ ਨਾਲ, ਤੇ ਉਹ ਸਾਰਾ ਕੁਝ ਰਿਕਾਰਡਡ ਹੈ ਇੱਥੇ। ਤੇ ਜਦੋਂ ਪੰਥ ਤੇ ਕੋਈ ਹੋਰ ਵੀ ਮਸਲਾ ਆਉਂਦਾ ਹੈ, ਉਹਦੇ ਵਿੱਚ ਵੀ ਇਹ ਆਪਣਾ ਪੂਰਾ ਯੋਗਦਾਨ ਪਾਉਂਦੇ ਸੀ। ਅਸੀਂ ਕੁਝ ਰਜਿਸਟਰਾਂ 'ਚ ਵੀ ਪੜ੍ਹਿਆ ਕਿ ਜਦੋਂ ਸਿੱਖਾਂ ਦੇ ਵਿੱਚ ਰਾਗਮਾਲਾ ਦਾ ਮਸਲਾ ਅਜੇ ਵੀ ਉਸੇ ਤਰ੍ਹਾਂ ਹੀ ਹੈ, ਤੇ ਉਹ ਇਹਨਾਂ ਨੇ ਇਹ ਲਿਖਿਆ ਕਿ ਅਜੇ ਅਸੀਂ ਆਜ਼ਾਦੀ ਹਾਸਲ ਕਰਨੀ ਹੈ, ਇਹ ਸਾਡਾ ਘਰ ਦਾ ਮਸਲਾ ਹੈ, ਤੇ ਅਸੀਂ ਇਹਨੂੰ ਪੰਥ ਬੈਠ ਕੇ ਸੋਲਵ ਕਰੇਗਾ। ਸੋ ਇਹਦਾ ਮਤਲਬ ਕਿ ਇਹ ਸਿੱਖ ਜਿਹੜੇ ਇੰਨੇ ਅਵੇਅਰ ਸਨ, ਤੇ ਇਹਨਾਂ ਦਾ ਜਿਹੜਾ ਉੱਥੇ ਕੰਟੀਨਿਊ ਜਿਹੜਾ ਉਹਨਾਂ ਨਾਲ ਰਾਬਤਾ ਸੀਗਾ।
ਅਕੋਰਡਿੰਗ ਟੂ ਹਿਸਟਰੀ ਜਿਹੜਾ ਆ ਸਿੱਖਾਂ ਦੀ ਜਿਹੜੀ ਆਮਦ ਆ 1899 ਦੇ ਲਾਗੇ ਬੰਦੇ ਸ਼ੁਰੂ ਹੋਈ ਅਰਲੀ 1900 ਦੇ ਵਿੱਚ। ਤੇ ਜਿਹੜੇ ਤਿੰਨ ਚਾਰ ਉਹ ਸਿੱਖ ਨੇ ਜਿਨ੍ਹਾਂ ਦਾ ਜ਼ਿਕਰ ਕਰਨਾ ਇੱਥੇ ਬਹੁਤ ਜ਼ਰੂਰੀ ਆ। ਪ੍ਰਿੰਸੀਪਲ ਤੇਜਾ ਸਿੰਘ ਜਿਹੜੇ ਗ੍ਰੈਜੂਏਟ ਫਰਮ ਹਾਰਵਰਡ, ਐਂਡ ਦਲੀਪ ਸਿੰਘ ਸੌਂਦ ਜਿਹੜੇ 1956 ਦੇ ਵਿੱਚ ਕਾਂਗਰਸਮੈਨ ਬਣਦੇ ਨੇ, ਤੇ ਭਗਤ ਸਿੰਘ ਥਿੰਦ। ਡਾਕਟਰ ਸਰਦਾਰ ਪ੍ਰਿੰਸੀਪਲ ਤੇਜਾ ਸਿੰਘ ਬਾਰੇ ਜੇ ਕਿਹਾ ਜਾਵੇ, ਜਦੋਂ ਉਹ ਕੈਨੇਡਾ ਆਉਂਦੇ ਨੇ ਤੇ ਉਹਨਾਂ ਨੇ ਪਹਿਲਾ ਜਿਹੜੇ ਬਾਇਲਾਜ਼ ਜਾਂ ਪਹਿਲੇ ਪ੍ਰੈਜ਼ੀਡੈਂਟ ਦਾ ਐਸਟੈਬਲਿਸ਼ ਕੀਤਾ ਵਿਕਟੋਰੀਆ ਦੇ ਵਿੱਚ ਗੁਰਦੁਆਰਾ, ਉਹ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਕੀਤਾ, ਕਿਉਂਕਿ ਉੱਥੇ ਆਪਣੀ ਪਾਪੂਲੇਸ਼ਨ ਬਹੁਤ ਜ਼ਿਆਦਾ ਸੀ। ਆਪਣੇ ਲੋਕ ਲੰਬਰ ਮਿਲਾਂ 'ਚ ਕੰਮ ਕਰਦੇ ਸੀ ਤੇ ਉਹ ਉੱਥੇ ਜਿੰਨੀਆਂ ਲੰਬਰ ਮਿਲਾਂ ਸੀ, ਅੱਜ ਜਿਹੜਾ ਆ ਉੱਥੇ ਬਹੁਤ ਪਾਪੂਲੇਸ਼ਨ ਘਟ ਗਈ। ਉਸ ਤੋਂ ਬਾਅਦ ਉਹਨਾਂ ਨੇ ਐਪਸਪੋਰਟ ਦੇ ਵਿੱਚ ਗੁਰਦੁਆਰਾ ਇੱਕ ਬਣਿਆ, ਫਿਰ ਰੌਸ ਸਟਰੀਟ ਦੇ ਉੱਤੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਬਣਿਆ, ਪਰ ਉਹਨਾਂ ਨੇ ਉਹ ਜਿਹੜੀ ਜਗ੍ਹਾ ਵੇਚ ਕੇ ਹੋਰ ਜਗ੍ਹਾ ਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾਇਆ, ਇਹ ਵੈਨਕੂਵਰ ਦੇ ਵਿੱਚ ਹੈ। ਉਸ ਤੋਂ ਬਾਅਦ ਪ੍ਰਿੰਸੀਪਲ ਤੇਜਾ ਸਿੰਘ ਜਦੋਂ ਇੱਥੇ ਆਉਂਦੇ ਨੇ ਤੇ ਇਹ ਜਿਹੜਾ ਅਮਰੀਕਾ ਦੇ ਵਿੱਚ ਪਹਿਲਾ ਗੁਰਦੁਆਰਾ ਹੈ, ਤੇ ਬਾਇਲਾਜ਼ ਜਿਹੜੇ ਆ ਉਹਨਾਂ ਦੇ ਹੈਂਡ ਰਿਟਨ ਨੇ, ਸਾਡੇ ਕੋਲ ਇੱਥੇ ਪਏ ਨੇ, ਉਹ ਮੌਜੂਦ ਨੇ। ਉਹਨਾਂ ਦੀ ਮੈਂ ਰਿਟਨ ਵੀ ਪੜ੍ਹ ਰਿਹਾ ਸੀ ਵੀ ਉਹਨਾਂ ਨੇ ਵਕੀਲ ਨਾਲ ਗੱਲ ਕੀਤੀ, ਮੈਂ ਸਰਦਾਰ ਹਰਜੋਤ ਸਿੰਘ ਨੂੰ ਦਿਖਾ ਰਿਹਾ ਸੀ, ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਇੰਨੇ ਪੈਸੇ ਅਸੀਂ ਵਕੀਲ ਨੂੰ ਦਿੱਤੇ, ਇਹ ਕੀਤਾ ਸਾਰਾ। ਸੋ ਜਦੋਂ ਇਹ ਪ੍ਰਿੰਸੀਪਲ ਤੇਜਾ ਸਿੰਘ ਬਾਰੇ ਆਪਾਂ ਕਹਿੰਦੇ ਆ, 100 ਸਾਲ ਪਹਿਲਾਂ ਸਾਡਾ ਜਿਹੜੇ ਪ੍ਰੈਜ਼ੀਡੈਂਟ ਨੇ, 110-15 ਸਾਲ ਪਹਿਲਾਂ ਦੀ ਮੈਂ ਗੱਲ ਕਰ ਰਿਹਾ, ਉਹ ਹਾਰਵਰਡ ਦੇ ਲਾਅ ਗ੍ਰੈਜੂਏਟ, ਉੱਥੇ ਪੜ੍ਹਾਉਂਦੇ ਵੀ ਰਹੇ, ਟੀਚਿੰਗ ਵੀ ਕੀਤੀ ਉੱਥੇ। ਫਿਰ ਉਹਨਾਂ ਦਾ ਜਿਹੜਾ ਪ੍ਰੈਜ਼ੀਡੈਂਟ ਵੁਡਰੋਜ਼ ਹੋਏ ਨੇ, ਉਹਨਾਂ ਨਾਲ ਡਾਇਰੈਕਟ ਲਿੰਕ ਸੀਗੇ, ਉਹਨਾਂ ਦੇ ਨਾਲ ਕਾਫੀ ਵਧੀਆ ਸੰਬੰਧ ਸਨ। ਕਾਰਨ ਇਹ ਸੀ ਵੀ ਉਹਨਾਂ ਕੋਲ ਫੀਸ ਦੇਣ ਨੂੰ ਉੱਥੇ ਹਾਰਵਰਡ 'ਚ ਪੈਸੇ ਨਹੀਂ ਸੀ, ਤੇ ਉਹਨਾਂ ਦਾ ਜਿਹੜਾ ਇੱਕ ਪ੍ਰੋਫੈਸਰ ਸੀ ਜੋ ਮੈਕਸੀਕਨ ਮੂਲ ਦਾ ਸੀ, ਉਹ ਤੇ ਪ੍ਰੈਜ਼ੀਡੈਂਟ ਵੁਡਰੋਜ਼ ਇਕੱਠੇ ਜਿਹੜੇ ਕਲਾਸਮੇਟ ਸਨ। ਸੋ ਉਹਨਾਂ ਨੇ ਉਹਦੀ ਫੀਸ ਭਰੀ ਉਸ ਪ੍ਰੋਫੈਸਰ ਨੇ, ਤੇ ਉਹਨਾਂ ਨੇ ਆਪਦੀ ਜਿਹੜੀ ਐਜੂਕੇਸ਼ਨ ਕੰਟੀਨਿਊ ਕੀਤੀ। ਸੋ ਇਹ ਹੈ ਕਿ ਸਿੱਖਾਂ ਦੀ ਅੱਜ ਦੀ ਹਾਲਾਤ ਤੇ ਉਦੋਂ ਦੇ ਜੇ ਆਪਾਂ ਕੰਪੈਰੀਜ਼ਨ ਦੇਖੀਏ, ਸਾਡੇ ਜਿੰਨੇ ਗੁਰੂ ਘਰ ਨੇ ਉਹਨਾਂ ਨੂੰ ਪੜ੍ਹੇ ਲਿਖੇ ਤੇ ਯੰਗਸਟਰ ਜਿਹੜੇ ਅੱਗੇ ਲਿਆਉਣੇ ਚਾਹੀਦੇ ਆ, ਜਿਹੜੇ ਕਿ ਕੌਮ ਦੀ, ਧਰਮ ਦੀ, ਤੇ ਜਿਹੜਾ ਚੱਲ ਰਿਹਾ ਕਰੰਟ ਪੋਲੀਟੀਕਲ ਸਿਸਟਮ ਆ, ਉਹਦੇ ਹਾਣੀ ਬਣ ਸਕੇ, ਉਹਦੀ ਅਸੀਂ ਗੱਲ ਕਰ ਸਕੀਏ। ਫਿਰ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਭਗਤ ਸਿੰਘ ਥਿੰਦ ਦੀ। ਡਾਕਟਰ ਭਗਤ ਸਿੰਘ ਥਿੰਦ 1907 ਦੇ ਵਿੱਚ ਇੱਥੇ ਆਉਂਦੇ ਨੇ, ਵਰਕਲੇ ਯੂਨੀਵਰਸਿਟੀ ਉਹ ਪੜ੍ਹਦੇ ਨੇ। 1913-14 ਦੇ ਵਿੱਚ ਉਹਨਾਂ ਨੂੰ 14 ਦੇ ਵਿੱਚ ਫਸਟ ਵਰਲਡ ਵਾਰ ਲੱਗਦੀ, ਤੇ ਉਹ ਆਰਮੀ 'ਚ ਭਰਤੀ ਹੁੰਦੇ ਨੇ ਇੱਥੋਂ, ਤੇ 1918 ਦੇ ਵਿੱਚ ਉਹਨਾਂ ਨੂੰ ਐਜ਼ ਏ ਆਨਰੀ ਸਰਜੈਂਟ ਦੇ ਜਿਹੜੇ ਰੈਂਕ ਦੇ ਨਾਲ ਉਹਨਾਂ ਨੂੰ ਰਿਟਾਇਰ ਕੀਤਾ ਜਾਂਦਾ। ਜਦੋਂ ਰਿਟਾਇਰ ਹੁੰਦੇ ਨੇ ਤੇ ਇੱਥੇ ਅਮਰੀਕਨ ਲਾਅ ਹੈ ਕਿ ਜਿਹੜਾ ਵਿਅਕਤੀ ਆਰਮੀ ਸਰਵ ਕਰਦਾ ਹੈ ਉਹਨੂੰ ਨੈਚੁਰਲ ਸਿਟੀਜ਼ਨਸ਼ਿਪ ਜਿਹੜੀ ਉਹਨੂੰ ਦਿੱਤੀ ਜਾਊਗੀ। ਭਗਤ ਸਿੰਘ ਥਿੰਦ ਉਹ ਵਿਅਕਤੀ ਹੈ ਜਿਸ ਦੀ 3 ਵਾਰ ਸਿਟੀਜ਼ਨਸ਼ਿਪ ਕੈਂਸਲ ਹੋ, 3 ਟਾਈਮ। ਕਾਰਨ ਇਹ ਸੀ ਕਿ ਤੂੰ ਵਾਈਟ ਨਹੀਂ, ਏਸ਼ੀਅਨ ਡਿਸੈਂਟ ਦਾ ਹੋਣ ਕਰਕੇ, ਸਿੱਖ ਹੋਣ ਕਰਕੇ। ਪਹਿਲਾ ਕੇਸ ਅਮਰੀਕਾ ਦੇ ਵਿੱਚ ਜਿਹਨਾਂ ਫਾਈਟ ਕਰਕੇ 1935 ਦੇ ਵਿੱਚ ਉਹਨਾਂ ਨੂੰ ਜਾ ਕੇ 15-20 ਸਾਲ ਦੇ ਬਾਅਦ ਉਹਨਾਂ ਨੂੰ ਜਾ ਕੇ ਸਿਟੀਜ਼ਨਸ਼ਿਪ ਹੋਈ ਉਹਨਾਂ ਦੀ, ਉਹ ਵੀ ਥਰੂ ਸੁਪਰੀਮ ਕੋਰਟ। ਸੁਪਰੀਮ ਕੋਰਟ ਨੇ ਰੂਲਿੰਗ ਕਰਕੇ ਉਹਨਾਂ ਨੂੰ ਜਿਹੜਾ ਉਹ ਉਹਨਾਂ ਦਿੱਤਾ, ਤੇ ਉਹਨਾਂ ਦੀ ਡੈਥ ਜਿਹੜੀ ਆ 1967 ਵਿੱਚ ਹੁੰਦੀ ਹੈ ਇੱਥੇ। ਫਿਰ ਉਸ ਤੋਂ ਬਾਅਦ ਸਾਡੇ ਕੋਲ ਜਿਹੜੇ ਸਰਦਾਰ ਦਲੀਪ ਸਿੰਘ ਸੌਂਦ ਹੋਏ ਨੇ, ਉਹ ਸਟਾਕਟਨ ਗੁਰੂ ਘਰ ਦੇ ਸੈਕਟਰੀ ਰਹੇ ਨੇ। ਉਹਨਾਂ ਦਾ 1957 ਤੋਂ ਲੈ ਕੇ 56 ਵਿੱਚ ਉਹ ਇਲੈਕਟ ਹੁੰਦੇ ਨੇ ਇੰਪੀਰੀਅਲ ਵੈਲੀ ਤੋਂ, ਤੇ 1963 ਤੱਕ ਉਹ 3 ਟਰਮਾਂ ਜਿਹੜੇ ਆ ਕਾਂਗਰਸ 'ਚ ਲੋਅਰ ਹਾਊਸ ਜਿਹੜਾ ਆ ਪਾਰਲੀਮੈਂਟ ਦਾ, ਉਹਦੇ ਵਿੱਚ ਉਹ ਕਾਂਗਰਸਮੈਨ ਰਹੇ ਨੇ। ਪਹਿਲੇ ਇੰਡੀਅਨ, ਪਹਿਲੇ ਸਿੱਖ ਤੇ ਪਹਿਲੇ ਏਸ਼ੀਅਨ। ਉਸ ਤੋਂ ਪਹਿਲਾਂ ਉਹਨਾਂ ਨੇ ਜਿਹੜੀ ਜੋਸ਼ੀ ਵਰਕਲੇ ਤੋਂ ਵੀ ਪੜ੍ਹੇ ਨੇ, ਉਹਨਾਂ ਨੇ ਫੂਡ ਪ੍ਰੋਜੈਕਟ ਦੇ ਉੱਤੇ ਜਿਹੜੀ ਆ ਰਿਸਰਚ ਕੀਤੀ ਸੀ। ਫਿਰ ਉਹ ਲੇਟਰ ਉਹ ਇਲੈਕਟਡ ਹੁੰਦੇ ਨੇ ਜਦੋਂ ਜੱਜ ਬਣਦੇ ਨੇ ਇੰਪੀਰੀਅਲ ਵੈਲੀ ਵਿੱਚ,
ਤੇ ਉਹਨਾਂ ਨੂੰ ਇਸ ਕਰਕੇ ਡਿਨਾਈਡ ਕਰ ਦਿੱਤਾ ਗਿਆ ਕਿ ਵੀ ਤੁਸੀਂ ਸਿਟੀਜ਼ਨ ਨਹੀਂ ਸੀਗੇ। ਉਹਨਾਂ ਨੂੰ ਬਾਅਦ 'ਚ ਸਿਟੀਜ਼ਨ ਲੈਣੀ ਪਈ ਲਈ। 4th ਟਰਮ ਦੇ ਰਨ ਇਟ ਬਟ ਹੀ ਗਾਟ ਅ ਸਟ੍ਰੋਕ, ਉਹਨਾਂ ਦੀ ਸਟ੍ਰੋਕ ਹੋ ਗਈ ਸੀ ਉਹਨਾਂ ਨੂੰ ਦਿਮਾਗ ਤੇ, ਉਸ ਕਰਕੇ ਉਹ ਜਿਹੜਾ ਰਿਪਰੈਜ਼ੈਂਟ ਨਹੀਂ ਕਰ ਸਕਦਾ। ਦਲੀਪ ਸਿੰਘ ਸੌਂਦ ਜਦੋਂ ਤੱਕ ਗੁਰੂ ਘਰ ਨਾਲ ਜੁੜੇ ਰਹੇ ਸੈਕਟਰੀ ਸੀਗੇ, ਜੱਜ ਬਣਨ ਤੋਂ ਪਹਿਲਾਂ ਤੱਕ ਉਹ ਟਰਬਨ ਪਾ ਕੇ ਰੱਖਦੇ ਸੀ, ਉਹ ਵੀਅਰ ਇਟ ਹਰਬ। ਉਹਨਾਂ ਦੇ ਇਤਿਹਾਸਕ ਡਾਕੂਮੈਂਟ ਤੁਸੀਂ ਦੇਖ ਸਕਦੇ ਹੋ, ਯੂ ਕੈਨ ਗੂਗਲ ਇਟ। ਉਹਦੇ ਵਿੱਚ ਜੇ ਕਿਸੇ ਨਾਲ ਕਨਵਰਸੇਸ਼ਨ ਵੀ, ਇੱਕ ਰੈਸਟੋਰੈਂਟ 'ਚ ਕਿਸੇ ਗੋਰੇ ਨਾਲ ਕਨਵਰਸੇਸ਼ਨ ਹੋ ਰਹੀ ਆ, ਉਹ ਹਿਸਟੋਰੀਕਲ ਡਾਕੂਮੈਂਟ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਦਲੀਪ ਸਿੰਘ ਜਦੋਂ ਤੋਂ ਕਾਂਗਰਸਮੈਨ ਬਣ ਗਿਆ ਵੀ ਸਾਨੂੰ ਪੱਗ ਰੱਖਣੀ ਪਊਗੀ ਕਿ ਤੂੰ ਪੱਗ ਲਾ ਕੇ ਕਾਂਗਰਸ 'ਚ ਜਾਏਗਾ। ਉਹ ਫਿਰ ਉਹਨੂੰ ਅੱਗੋਂ ਜਵਾਬ ਦਿੰਦਾ ਕਿ ਇਹ ਮੇਰਾ ਫੇਥ ਹੈ, ਇਹਨੂੰ ਜੋ ਕੁਝ ਤੁਸੀਂ ਸਮਝੋ। ਸੋ ਅੱਜ ਦੇ ਸੰਦਰਭ ਵਿੱਚ ਜਾਂ ਉਸ ਤੋਂ ਬਾਅਦ ਗਦਰ ਮੂਵਮੈਂਟ ਦਾ ਇਤਿਹਾਸ ਮੋਸਟਲੀ H.K. ਪੁਰੀ ਨੇ ਲਿਖਿਆ। H.K. ਪੁਰੀ funded by the government of India funded him, and he wrote down whatever Indian government wanted, National Congress, whatever that RSS. No one write our history. Now after we celebrate 100 year back in 1912, ਸਰਕਾਰੀ ਐਂਗਲ ਤੋਂ ਲਿਖਿਆ ਉਹ ਸਰਕਾਰੀ ਐਂਗਲ ਤੋਂ ਸੀ। ਫਿਰ ਉਹਨੂੰ ਰੀਰਾਈਟ ਹੋਇਆ, ਜਿਹਦੇ ਵਿੱਚ ਸਰਦਾਰ ਜਮੇਰ ਸਿੰਘ ਤੇ ਹੋਰ ਰਾਈਟਰਸ ਨੇ ਜਿਨ੍ਹਾਂ ਨੇ ਇੰਟੈਲੈਕਚੁਅਲਸ ਨੇ ਜਿਹੜੀ ਆਪਣੀ ਕੰਟਰੀਬਿਊਸ਼ਨ ਕੀਤੀ ਹੈ। ਇਹਦੇ ਵਿੱਚ ਇਹ ਕਹਿਣਾ ਕਿ ਜਿਹੜੀ ਗਦਰ ਮੂਵਮੈਂਟ ਆ ਉਹ ਇੱਕ ਕਾਮਰੇਡ ਮੂਵਮੈਂਟ ਸੀ, ਕਮਿਊਨਿਸਟ ਮੂਵਮੈਂਟ ਸੀ, ਬਿਲਕੁਲ ਗਲਤ ਹੈ। ਆਪਾਂ ਇੱਕ ਇਤਿਹਾਸਿਕ ਘਟਨਾ ਦੇਖ ਸਕਦੇ ਹੋ, ਜਿਹੜਾ ਦੋ ਗਰੁੱਪਾਂ ਦਾ ਉੱਥੇ ਝਗੜਾ ਹੋਇਆ ਜਦੋਂ ਅਕਾਲੀ ਦਲ ਸੀਗੇ, ਮਾਸਟਰ ਤਾਰਾ ਸਿੰਘ ਤੇ ਮਾਸਟਰ ਸਰਦਾਰ ਸ਼ੇਰ ਸਿੰਘ ਦੂਸਰੇ ਸੰਯੁਕਤ ਅਕਾਲੀ ਦਲ ਦੇ ਪ੍ਰਧਾਨ ਸਨ। ਉਹਨਾਂ ਦਾ ਸੁਲ੍ਹਾ ਸਫਾਈ ਤੇ ਜਿਹੜਾ ਉਹਨਾਂ ਦਾ ਜਿਹੜਾ ਸਮਝੌਤਾ ਹੈ ਉਹ ਸਰਦਾਰ ਵਿਸਾਖਾ ਸਿੰਘ ਹੋਰਾਂ ਨੇ ਕਰਾਇਆ। ਵਿਸਾਖਾ ਸਿੰਘ ਹੋਰਾਂ ਨੂੰ ਕਾਲੇ ਪਾਣੀ ਭੇਜ ਦਿੱਤਾ ਜਾਂਦਾ, ਵਾਪਸ ਆਉਂਦੇ ਨੇ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਬਣਾਇਆ ਜਾਂਦਾ। ਉਹ ਕਿੱਡੇ ਉੱਚੇ ਤੇ ਸੁੱਚੇ ਕਿਰਦਾਰ ਦੇ ਮਾਲਕ ਹੋਣਗੇ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਜਾਂਦਾ। ਤੇ ਸਾਡੇ ਜਿਹੜੇ ਲਿਖਾਰੀ ਆ ਪੁਰੀ ਵਰਗੇ ਜਾਂ ਉਹ ਸੋ ਕਾਲਡ ਸਰਕਾਰੀ ਮੀਡੀਆ ਅੱਜ ਤੱਕ ਸਿੱਖਾਂ ਨੂੰ ਜਾਂ ਉਸ ਮੂਵਮੈਂਟ ਨੂੰ ਸਿੱਖ ਮੂਵਮੈਂਟ ਦੇ ਐਂਗਲ ਤੋਂ ਨਹੀਂ, ਉਹ ਕਾਮਰੇਡ ਮੂਵਮੈਂਟ ਤੇ ਲੈਲਨ ਤੇ ਮਾਰਕਸ ਦਾ ਜਿਹੜਾ ਉਹ ਉੱਤੇ ਪ੍ਰਭਾਵ ਪਾ ਕੇ ਦੇਖਦੇ। ਸੋ ਜੇ ਅੱਜ ਦੀ ਗੱਲ ਕਰੀਏ, ਜਦੋਂ ਜੂਨ 1984 ਹੁੰਦਾ ਹੈ, ਮੈਂ ਪਿਛਲੇ ਸਮੇਂ ਕਿਸੇ ਨਾਲ ਡਿਸਕਸ਼ਨ ਚੱਲਣ ਡਈ ਸੀ, ਸਰਦਾਰ ਮਨਜੀਤ ਸਿੰਘ ਉਦੋਂ ਦੇ ਇੱਥੇ ਨੇ, ਸਰਦਾਰ ਅਮਰਜੀਤ ਸਿੰਘ ਇਹ 80 ਦੇ ਦਹਾਕਿਆਂ ਦੇ ਇੱਥੇ ਨੇ। ਸਭ ਤੋਂ ਵੱਡਾ ਇਕੱਠ ਜੂਨ 84 ਦੇ ਵਿੱਚ ਇਸ ਗੁਰੂ ਘਰ ਹੋਇਆ, ਜਦੋਂ ਇਸ ਦਿਖਾਉਣ ਦਾ ਪਤਾ ਲੱਗਦਾ ਵੀ ਇੰਡੀਅਨ ਗਵਰਨਮੈਂਟ ਨੇ 84 ਦੇ ਵਿੱਚ ਸਿੱਖਾਂ ਤੇ ਗੁਰਦੁਆਰਿਆਂ ਤੇ ਹਮਲੇ ਕੀਤੇ ਨੇ ਤੇ ਬਾਹਰ ਬੈਠੇ ਸਿੱਖ ਜਿਹੜੇ ਸਭ ਤੋਂ ਜ਼ਿਆਦਾ ਤੜਫੇ ਨੇ, ਤੇ ਉਹ ਇਸ ਗੁਰੂ ਘਰ ਵਿੱਚ ਸਭ ਤੋਂ ਵੱਡੀ ਮੀਟਿੰਗ ਹੁੰਦੀ। ਠੀਕ ਹੈ, ਜੈਨੋਸਾਈਡ ਦੇ ਸੰਬੰਧ ਵਿੱਚ ਉਹ ਜਿਹੜਾ ਅਨਮਨੁੱਖੀ ਤਸ਼ੱਦਦ ਇਹਨਾਂ ਨੇ ਕੀਤਾ, ਉਹਦੇ ਸਾਰੇ ਨੂੰ ਜਿਹੜਾ ਆ ਉੱਥੇ ਇੱਥੋਂ ਇਹਨਾਂ ਨੇ ਫਿਰ ਜਿਹੜੀਆਂ ਸਰਕਾਰ ਦੇ ਅਗੇਂਸਟ ਵਾਇਸ ਜਿਹੜੀ ਆ ਉਹ ਉਠਾਈ ਆ। ਸੋ ਇਸ ਕਰਕੇ ਅੱਜ ਦੇ ਵੀ ਸਮੇਂ ਦੌਰਾਨ ਜੇ ਪੰਜਾਬ ਵਿੱਚ ਕੁਝ ਹੁੰਦਾ ਹੈ ਤੇ ਜਿਵੇਂ ਬਰਗਰਾੜੀ ਕਾਂਡ ਹੋ ਗਿਆ, ਸਰਬੱਤ ਖਾਲਸਾ ਹੋ ਗਿਆ, ਇਹਨਾਂ ਦੇ ਵਿੱਚ ਇੱਥੇ ਦੇ ਅਸੀਂ ਸਾਡੇ ਇੱਥੇ ਬੜੀ ਵੱਡੀ ਇੱਕ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਜਿਹੜਾ ਆ 54 ਗੁਰਦੁਆਰੇ ਸਾਹਿਬਾਨ ਜਿਹੜੇ ਇੱਥੇ ਦੇ ਅਮਰੀਕਾ ਦੇ ਨੇ, ਉਹਨਾਂ ਨੇ ਸਾਨੂੰ ਰਿਟਨ ਦਿੱਤਾ ਕਿ ਸਟਾਕਟਨ ਗੁਰਦੁਆਰਾ ਸਾਹਿਬ ਰਿਪਰੈਜ਼ੈਂਟ ਕਰੇਗਾ, ਜਾਏਗਾ, ਆਪਣਾ ਰਿਪਰੈਜ਼ੈਂਟ ਭੇਜੇਗਾ। ਸਰਦਾਰ ਮਨਜੀਤ ਸਿੰਘ ਉੱਪਰ ਇਹ ਉਸ ਸਰਬੱਤ ਖਾਲਸਾ 'ਚ ਗਏ ਨੇ, ਇਹਨਾਂ ਦਾ ਬਿਲਕੁਲ ਨਾਲ ਡੈਲੀਗੇਟ ਸੀ, 5-7 ਸਿੰਘ ਹੋਰ ਸਨ। ਸੋ ਅੱਜ ਵੀ ਪੰਜਾਬ ਦੇ ਅੰਦਰ ਬਗਰਾੜੀ ਕਾਂਡ ਹੋਵੇ, ਹੋਰ ਹੋਵੇ, ਅਸੀਂ ਕਿਸੇ ਵੀ ਧਰਮ ਜਾਂ ਜਾਤ ਦੇ ਖਿਲਾਫ ਨਹੀਂ, ਅਸੀਂ ਇਸ ਗੱਲ ਦੇ ਖਿਲਾਫ ਜ਼ਰੂਰ ਹੈਗੇ ਆ ਵੀ ਅਨਮਨੁੱਖੀ ਤਸ਼ੱਦਦ ਉਹ ਕਿਸੇ ਵੀ ਕੰਟਰੀ 'ਚ ਹੋਵੇ, ਕਿਸੇ ਵੀ ਵਰਗ ਤੇ ਹੋਵੇ, ਉਹ ਨਿੰਦਣਯੋਗ ਹੈ। ਤੇ ਅਸੀਂ ਹਰੇਕ ਉਸ ਇਨਸਾਫ ਪਸੰਦ ਕੌਮ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰ ਕੇ ਤੇ ਉੱਥੇ ਖੜਨ ਵਾਲਿਆਂ ਵਿੱਚੋਂ ਇਹ ਗੁਰਦੁਆਰਾ ਸਾਹਿਬ। ਮੇਰਾ ਨਾਮ ਤੇਜਪਾਲ ਸਿੰਘ ਜੀ, ਤੇਜਪਾਲ ਸਿੰਘ ਗੇਨਵਾਲ। ਜਿਹੜੇ ਸਾਡੇ ਸਟਾਕਟਨ ਗੁਰੂ ਘਰ ਦੇ ਫਾਊਂਡਰ ਸੀ, ਉਹਨਾਂ ਦਾ ਸੰਬੰਧ ਨਾਲ ਹੀ ਨਾਲ ਗਦਰ ਲਹਿਰ 'ਚ ਸੀ। ਜਦੋਂ ਜੰਗ ਸ਼ੁਰੂ ਹੋਈ ਸੀ World War I 'ਚ, ਹੁਣ ਸਾਡੇ ਬੰਦੇ ਵਾਪਸ ਪੰਜਾਬ ਜਾਣੇ ਚਾਹੀਦੇ ਆ। ਇੱਥੋਂ ਲਿਖਿਆ ਗਿਆ ਸੀ ਕਿ ਸ਼ਹੀਦੀ ਲਈ ਤਿਆਰ ਹੋ ਜਾਓ, ਤੇ ਇੱਥੋਂ ਹੀ ਫਿਰ ਸਾਡੇ ਸਿੰਘ ਗਏ ਸੀ ਸ਼ਹੀਦੀ ਪਾਉਣ ਲਈ।
ਇਥੋਂ ਤਕਰੀਬਨ 8000 ਬੰਦੇ ਸਾਰੇ ਦੇਸ਼ਾਂ ਤੋਂ ਵਾਪਸ ਪੰਜਾਬ ਗਏ ਸੀ। ਹਾਂਜੀ, ਇੱਕ ਤਾਂ ਸਾਡੇ ਕੋਲ ਜਿਹੜੀ ਪ੍ਰਿੰਟਿੰਗ ਪ੍ਰੈਸ ਮਸ਼ੀਨ ਹੈਗੀ ਆ, ਲਾਇਬ੍ਰੇਰੀ 'ਚ ਦੇਖੀ ਆ, ਉਸ ਪ੍ਰਿੰਟਿੰਗ ਪ੍ਰੈਸ ਮਸ਼ੀਨ ਚੋਂ ਹੀ ਇਹ ਫਿਰ ਜਿਹੜੇ ਗਦਰ ਦੀ ਗੂੰਜ ਛਾਪੀ ਗਈ ਸੀ, ਤੇ ਨਾਲ ਹੀ ਇਹ ਪੰਜਾਬੀ 'ਚ ਗੁਰਮੁਖੀ 'ਚ, ਨਾਲ ਹਿੰਦੀ 'ਚ ਵੀ ਛਾਪੀ ਜਾਂਦੀ ਸੀ, ਤੇ ਨਾਲ ਹੀ ਨਾਲ ਉਰਦੂ 'ਚ। ਨਾਲ ਸਾਡੇ ਕੋਲ ਜਿਹੜੇ ਸ਼ਹੀਦ ਹੋਏ ਸੀ ਸਿੰਘ ਉਸ ਸਮੇਂ, ਜਦੋਂ ਸ਼ਹੀਦ ਹੋਏ ਸੀ, ਜਿਵੇਂ ਕਿਹਾ ਗਿਆ ਸੀ ਕਿ ਉਹਨਾਂ ਦੇ ਪਰਿਵਾਰਾਂ ਨੂੰ ਫਿਰ ਪੈਸੇ ਭੇਜਦੇ ਰਹਿੰਦੇ ਸੀ, ਸੋ ਉਸ ਦਾ ਪੂਰਾ ਰੈਕੋਰਡ ਇੱਥੇ ਪਿਆ ਆ ਕਿ ਕਿੰਨੇ ਕਿੰਨੇ ਪੈਸੇ ਗਏ ਸੀ, ਕਿੱਥੇ ਗਏ ਸੀ, ਸੋ ਉਹ ਵੀ ਸਾਰਾ ਰੈਕੋਰਡ ਪਿਆ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਾਸ ਦਾ ਨਾਮ ਮਨਜੀਤ ਸਿੰਘ ਮਕੇਰੀਆਂ ਜੀ। ਮੈਂ ਇੱਥੇ ਪਿਛਲੇ 4 ਸਾਲ ਤੋਂ ਸੈਕਟਰੀ ਦੀ ਸੇਵਾ ਨਿਭਾ ਰਿਹਾ ਜੀ। ਉਸ ਤੋਂ ਪਹਿਲਾਂ ਮੈਂ ਵਾਈਸ ਪ੍ਰਧਾਨ ਵੀ ਰਿਹਾ। ਹੁਣ ਇੱਥੇ ਸਾਡੇ ਕੋਲ ਜੋ ਰਿਕਾਰਡ ਹੈਗਾ ਗਦਰੀ ਬਾਬਿਆਂ ਦਾ 1911-12 ਤੋਂ ਲੈ ਕੇ ਤਕਰੀਬਨ ਸਾਡੇ ਕੋਲ ਪਿਆ ਹੋਇਆ ਇੱਥੇ ਸਾਰਾ ਰਿਕਾਰਡ ਜੀ। ਉਹਦੇ ਵਿੱਚ ਮਿਨਰਸ ਬੁੱਕ ਜਿਹੜੀਆਂ ਸਾਰੀਆਂ ਸਾਡੀਆਂ ਕਮੇਟੀ ਜਿਹੜੀ ਬਣਦੀ ਸੀ ਉਹਨਾਂ ਦੀ ਲਿਸਟਾਂ ਜਾਂ ਰਜਿਸਟਰ ਜੋ ਸਾਨੂੰ ਆਮਦਨ ਹੁੰਦੀ ਸੀ, ਲੋਕੀ ਚੜਾਵਾ ਚੜਾਉਂਦੇ ਸੀ, ਪਰਚੀਆਂ ਕਟਾਉਂਦੇ ਸੀ, ਉਹ ਰਜਿਸਟਰ ਸਾਡੇ ਕੋਲ ਹੈਗੇ ਆ ਜੀ। ਤੇ ਖਰਚੇ ਦੇ ਰਜਿਸਟਰ, ਤੇ ਇੱਕ ਸਾਡੇ ਕੋਲ 1962 ਦੇ ਵਿੱਚ ਇੰਡੀਆ ਦੇ ਵਿੱਚ ਕੋਈ ਆਫਤ ਆਈ ਸੀਗੀ ਜਾਂ ਲੜਾਈ ਦੇ ਵਿੱਚ ਨੈਸ਼ਨਲ ਡਿਫੈਂਸ ਫੰਡ ਵਾਸਤੇ ਇੰਡੀਆ ਐਮਬੈਸੀ ਵਾਸ਼ਿੰਗਟਨ DC ਵਿੱਚ ਇੱਥੋਂ ਅਸੀਂ ਉਹਨਾਂ ਨੂੰ ਡੋਨੇਸ਼ਨ ਭੇਜੀ ਸੀ $1025। ਉਸ ਵੇਲੇ ਦੀ ਇਹ ਰਸੀਦ ਵੀ ਓਰੀਜਨਲ ਰਸੀਦ ਆ ਸਾਡੇ ਕੋਲ ਜੀ। ਹੋਰ ਵੀ ਬਹੁਤ ਇਦਾਂ ਦਾ ਪੁਰਾਣਾ ਬਹੁਤ ਕੁਝ ਪਿਆ।